ਓਮ ਸ਼ਾਂਤੀ। ਅੱਜ ਸੁਣਦੇ ਹਾਂ 9 ਜਨਵਰੀ 2022 ਦੇ ਬਾਬਾ ਦੇ ਅਵਿਅਕਤ ਮਹਾਵਾਕਿਆ ਰਿਵਾਈਜ਼ ਕੋਰਸ ਦੀ ਮੁਰਲੀ ਹੈ 21 ਦਸੰਬਰ 79 ਦੀ। ਮੁਰਲੀ ਦਾ ਸਾਰ ਹੈ ਤ੍ਰਿਦੇਵ ਰਚਤਾ ਦੁਆਰਾ ਵਰਦਾਨਾਂ ਦੀ ਪ੍ਰਾਪਤੀ। ਤ੍ਰਿਦੇਵ ਰਚਤਾ ਦੁਆਰਾ ਵਰਦਾਨਾਂ ਦੀ ਪ੍ਰਾਪਤੀ। ਅੱਜ ਤ੍ਰਿਦੇਵ ਰਚਤਾ ਆਪਣੀ ਸਾਕਾਰੀ ਆਕਾਰੀ ਰਚਨਾ ਨੂੰ ਵੇਖ ਰਹੇ ਨੇ। ਦੋਨੋਂ ਰਚਨਾ ਅਤੀ ਪ੍ਰਿਯ, ਇਸ ਲਈ ਰਚਤਾ ਰਚਨਾ ਨੂੰ ਵੇਖ ਹਰਸ਼ਿਤ ਹੁੰਦੇ ਨੇ। ਰਚਨਾ ਸਦਾ ਇਹ ਖੁਸ਼ੀ ਦੇ ਗੀਤ ਗਾਉਂਦੀ ਹੈ, ਵਾਹ ਰਚਤਾ, ਤੇ ਰਚਨਾ ਸਦਾ ਇਹ ਗੀਤ ਗਾਉਂਦੀ ਹੈ, ਵਾਹ ਮੇਰੀ ਰਚਨਾ। ਰਚਨਾ ਪ੍ਰਿਯ ਹੈ, ਜੋ ਪ੍ਰਿਯ ਹੁੰਦਾ ਹੈ ਉਸ ਨੂੰ ਸਦਾ ਸਭ ਕੁਝ ਦੇ ਕੇ ਸੰਪੰਨ ਬਣਾਉਂਦੇ ਨੇ। ਤਾਂ ਬਾਪ ਨੇ ਹਰ ਇੱਕ ਸ੍ਰੇਸ਼ਟ ਰਚਨਾ ਨੂੰ ਵਿਸ਼ੇਸ਼ ਤਿੰਨੋਂ ਸੰਬੰਧਾਂ ਨਾਲ ਸੰਪੰਨ ਬਣਾਇਆ ਹੈ। ਬਾਪ ਦੇ ਸੰਬੰਧ ਨਾਲ ਦਾਤਾਬਨ ਗਿਆਨ ਖਜ਼ਾਨੇ ਨਾਲ ਸੰਪੰਨ ਬਣਾਇਆ, ਸਿੱਖਿਅਕ ਰੂਪ ਵਿੱਚ ਭਾਗਯ ਵਿਧਾਤਾ ਬਨ ਅਨੇਕ ਜਨਮਾਂ ਦੇ ਲਈ ਭਾਗਯਵਾਨ ਬਣਾਇਆ, ਸਤਿਗੁਰ ਦੇ ਰੂਪ ਵਿੱਚ ਵਰਦਾਤਾ ਬਨ ਵਰਦਾਨਾਂ ਨਾਲ ਝੋਲੀ ਭਰ ਦਿੰਦੇ। ਇਹ ਹੈ ਅਵਿਨਾਸ਼ੀ ਸਨੇਹ ਤੇ ਪਿਆਰ। ਪਿਆਰ ਦੀ ਵਿਸ਼ੇਸ਼ਤਾ ਇਹੀ ਹੈ ਜਿਸ ਨਾਲ ਪਿਆਰ ਹੁੰਦਾ ਹੈ ਉਸ ਵਿੱਚ ਕਮੀ ਚੰਗੀ ਨਹੀਂ ਲੱਗੇਗੀ। ਕਮੀ ਨੂੰ ਕਮਾਲ ਦੇ ਰੂਪ ਵਿੱਚ ਪਰਿਵਰਤਨ ਕਰਨ ਦੇ ਬਾਪ ਨੂੰ ਬੱਚਿਆਂ ਦੀ ਕਮੀ ਸਦਾ ਕਮਾਲ ਦੇ ਰੂਪ ਵਿੱਚ ਪਰਿਵਰਤਨ ਕਰਨ ਦਾ ਸ਼ੁਭ ਸੰਕਲਪ ਰਹਿੰਦਾ ਹੈ। ਪਿਆਰ ਵਿੱਚ ਬਾਪ ਕੋਲੋਂ ਬੱਚਿਆਂ ਦੀ ਮਿਹਨਤ ਵੇਖੀ ਨਹੀਂ ਜਾਂਦੀ। ਕਈ ਮਿਹਨਤ ਜ਼ਰੂਰੀ ਹੋਵੇ, ਕੋਈ ਮਿਹਨਤ ਜ਼ਰੂਰੀ ਹੋਵੇ ਤਾਂ ਕਰੋ, ਪਰ ਬ੍ਰਾਹਮਣ ਜੀਵਨ ਦੀ ਮਿਹਨਤ ਕਰਨ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਦਾਤਾ ਵਿਧਾਤਾ ਵਰਦਾਤਾ ਤਿੰਨੋਂ ਸੰਬੰਧਾਂ ਨਾਲੋਂ ਐਨੇ ਸੰਪੰਨ ਬਣ ਜਾਂਦੇ ਹੋ ਜੋ ਬਿਨਾਂ ਮਿਹਨਤ ਰੂਹਾਨੀ ਮੌਜ ਵਿੱਚ ਰਹਿ ਸਕਦੇ ਹੋ। ਵਰਸਾ ਵੀ ਹੈ, ਪੜ੍ਹਾਈ ਵੀ ਹੈ, ਵਰਦਾਨ ਵੀ ਹੈ, ਜਿਸ ਨੂੰ ਤਿੰਨਾਂ ਰੂਪਾਂ ਨਾਲ ਪ੍ਰਾਪਤੀ ਹੋਵੇ। ਅਜਿਹੀ ਸਰਵ ਪ੍ਰਾਪਤੀ ਵਾਲੀ ਆਤਮਾ ਨੂੰ ਮਿਹਨਤ ਕਰਨ ਦੀ ਕੀ ਲੋੜ ਹੈ। ਕਦੇ ਵਰਸੇ ਦੇ ਰੂਪ ਵਿੱਚ ਬਾਪ ਨੂੰ ਦਾਤਾ ਦੇ ਰੂਪ ਵਿੱਚ ਯਾਦ ਕਰੋ ਤਾਂ ਰੂਹਾਨੀ ਅਧਿਕਾਰਪਨ ਦਾ ਨਸ਼ਾ ਰਹੇਗਾ। ਸਿੱਖਿਅਕ ਦੇ ਰੂਪ ਵਿੱਚ ਯਾਦ ਕਰੋ ਤਾਂ ਗੋਡਲੀ ਸਟੂਡੈਂਟ ਮਤਲਬ ਭਗਵਾਨ ਦੇ ਸਟੂਡੈਂਟ ਹਾਂ, ਇਸ ਭਾਗਯ ਦਾ ਨਸ਼ਾ ਰਹੇਗਾ। ਸਤਿਗੁਰੂ ਹਰ ਕਦਮ ਵਿੱਚ ਵਰਦਾਨਾਂ ਨਾਲ ਚਲਾ ਰਿਹਾ ਹੈ। ਹਰ ਕਰਮ ਵਿੱਚ ਸ੍ਰੇਸ਼ਟ ਮਤ ਵਰਦਾਤਾ ਦਾ ਵਰਦਾਨ ਹੈ। ਜੋ ਹਰ ਕਦਮ ਸ੍ਰੇਸ਼ਟ ਮਤ ਨਾਲ ਚੱਲਦੇ ਨੇ ਉਹਨਾਂ ਨੂੰ ਹਰ ਕਦਮ ਵਿੱਚ ਕਰਮ ਦੀ ਸਫਲਤਾ ਦਾ ਵਰਦਾਨ ਸਹਿਜ ਖੁਦ ਤੇ ਜ਼ਰੂਰ ਪ੍ਰਾਪਤ ਹੁੰਦਾ ਹੈ। ਸਤਿਗੁਰੂ ਦੀ ਮਤ ਸ੍ਰੇਸ਼ਟ ਗਤੀ ਨੂੰ ਪ੍ਰਾਪਤ ਕਰਾਂਦੀ ਹੈ। ਗਤੀ ਸਦਗਤੀ ਨੂੰ ਪ੍ਰਾਪਤ ਕਰਾਂਦੀ ਹੈ। ਸ੍ਰੇਸ਼ਟ ਮਤ ਸ੍ਰੇਸ਼ਟ ਗਤੀ ਆਪਣੇ ਸਵੀਟ ਹੋਮ ਮਤਲਬ ਗਤੀ ਤੇ ਸਵੀਟ ਰਾਜ ਮਤਲਬ ਸਦਗਤੀ, ਇਸ ਨੂੰ ਹੀ ਤਾਂ ਪ੍ਰਾਪਤ ਕਰਦੇ ਹੋ। ਪਰ ਬ੍ਰਾਹਮਣ ਆਤਮਾਵਾਂ ਨੂੰ ਹੋਰ ਵਿਸ਼ੇਸ਼ ਗਤੀ ਪ੍ਰਾਪਤ ਹੁੰਦੀ ਹੈ, ਉਹ ਹੈ ਇਸ ਸਮੇਂ ਵੀ ਸ੍ਰੇਸ਼ਟ ਮਤ ਦੇ ਸ੍ਰੇਸ਼ਟ ਕਰਮ ਦਾ ਪ੍ਰਤੱਖ ਫਲ ਮਤਲਬ ਸਫਲਤਾ। ਇਹ ਸ੍ਰੇਸ਼ਟ ਗਤੀ ਸਿਰਫ ਸੰਗਮ ਯੁਕਤੇ ਤੁਸੀਂ ਬ੍ਰਾਹਮਣਾਂ ਨੂੰ ਹੀ ਪ੍ਰਾਪਤ ਹੈ। ਇਸ ਲਈ ਕਹਿੰਦੇ ਨੇ ਜੈਸੀ ਮਤ ਵੈਸੀ ਗਤ। ਉਹ ਲੋਕ ਤਾਂ ਸਮਝਦੇ ਨੇ ਮਰਨ ਤੋਂ ਬਾਅਦ ਗਤੀ ਮਿਲੇਗੀ, ਇਸ ਲਈ ਅੰਤ ਮਤੇ ਸੁਗਤੀ ਕਹਿੰਦੇ ਨੇ, ਪਰ ਤੁਸੀਂ ਬ੍ਰਾਹਮਣ ਆਤਮਾਵਾਂ ਦੇ ਲਈ ਇਹ ਅੰਤਿਮ ਮਰਜੀਵਾ ਜਨਮ ਹਰ ਕਰਮ ਦੀ ਸਫਲਤਾ ਦਾ ਫਲ ਮਤਲਬ ਗਤੀ ਪ੍ਰਾਪਤ ਹੋਣ ਦਾ ਵਰਦਾਨ ਮਿਲਿਆ ਹੋਇਆ ਹੈ। ਵਰਤਮਾਨ ਤੇ ਭਵਿੱਖ ਸਦਾ ਗਤੀ ਸਦਗਤੀ ਹੈ ਹੀ। ਭਵਿੱਖ ਦੀ ਇੰਤਜ਼ਾਰ ਵਿੱਚ ਨਹੀਂ ਰਹਿੰਦੇ ਹੋ। ਸੰਗਮ ਯੁੱਗ ਦੀ ਪ੍ਰਾਪਤੀ ਦਾ ਇਹੀ ਮਹੱਤਵ ਹੈ। ਹੁਣੇ ਹੁਣੇ ਕਰਮ ਕਰੋ, ਹੁਣੇ ਹੁਣੇ ਪ੍ਰਾਪਤੀ ਦਾ ਅਧਿਕਾਰ ਲਓ। ਇਸ ਨੂੰ ਕਹਿੰਦੇ ਨੇ ਇੱਕ ਹੱਥ ਨਾਲ ਦਿਓ, ਦੂਜੇ ਹੱਥ ਨਾਲ ਲਓ। ਕਦੇ ਮਿਲ ਜਾਏਗਾ ਜਾਂ ਭਵਿੱਖ ਵਿੱਚ ਮਿਲ ਜਾਏਗਾ, ਇਹ ਦਿਲਾਸੇ ਦਾ ਸੌਦਾ ਨਹੀਂ। ਤੁਰੰਤ ਦਾਨ ਮਹਾਪੁੰਨਯ ਅਜਿਹੀ ਪ੍ਰਾਪਤੀ ਹੈ। ਇਸ ਨੂੰ ਕਹਿੰਦੇ ਨੇ ਝਟਪਟ ਦਾ ਸੌਦਾ। ਭਗਤੀ ਵਿੱਚ ਇੰਤਜ਼ਾਰ ਕਰਦੇ ਰਹੋ, ਮਿਲ ਜਾਏਗਾ ਮਿਲ ਜਾਏਗਾ। ਭਗਤੀ ਵਿੱਚ ਕਦੇ ਤੇ ਬਾਪ ਕਹਿੰਦੇ ਨੇ ਹੁਣੇ ਲਓ। ਆਦਿ ਸਥਾਪਨਾ ਵਿੱਚ ਤੁਹਾਡੀ ਪ੍ਰਸਿੱਧਤਾ ਸੀ ਕਿ ਇੱਥੇ ਸਾਖਸ਼ਾਤਕਾਰ ਝੱਟ ਹੁੰਦਾ ਹੈ, ਹੁੰਦਾ ਵੀ ਸੀ। ਆਦਿ ਤੋਂ ਝਟਪਟ ਦਾ ਸੌਦਾ ਹੋਇਆ। ਇਸ ਨੂੰ ਕਹਿੰਦੇ ਨੇ ਰਚਤਾ ਦਾ ਰਚਨਾ ਨਾਲ ਸੱਚਾ ਪਿਆਰ। ਸਾਰੇ ਕਲਪ ਵਿੱਚ ਅਜਿਹਾ ਪਿਆਰ ਕੋਈ ਹੋ ਨਹੀਂ ਸਕਦਾ। ਕਿੰਨੇ ਵੀ ਨਾਮੀ ਗ੍ਰਾਮੀ ਪਿਆਰੇ ਹੋ, ਪਰ ਇਹ ਹੈ ਅਵਿਨਾਸ਼ੀ ਪਿਆਰ, ਅਵਿਨਾਸ਼ੀ ਪ੍ਰਾਪਤੀ। ਅਜਿਹਾ ਪਿਆਰਾ ਕੋਈ ਹੋ ਨਹੀਂ ਸਕਦਾ। ਇਸ ਲਈ ਬਾਪ ਨੂੰ ਬੱਚਿਆਂ ਦੀ ਮਿਹਨਤ ਤੇ ਰਹਿਮ ਆਉਂਦਾ ਹੈ। ਵਰਦਾਨੀ ਸਦਾ ਵਰਸੇ ਦੇ ਅਧਿਕਾਰੀ ਕਦੇ ਮਿਹਨਤ ਨਹੀਂ ਕਰ ਸਕਦੇ। ਭਾਗਯ ਵਿਧਾਤਾ ਸ਼ਿਕਸ਼ਕ ਦੇ ਭਗਵਾਨ ਦੇ ਬੱਚੇ ਸਦਾ ਪਾਸਵੀ ਦੋਨਰ ਹੁੰਦੇ ਨੇ, ਨਾ ਫੇਲ ਹੁੰਦੇ ਨੇ ਨਾ ਕੋਈ ਵਿਅਰਥ ਗੱਲ ਫੀਲ ਕਰਦੇ ਨੇ। ਮਿਹਨਤ ਕਰਨ ਦੇ ਦੋ ਹੀ ਕਾਰਨ ਨੇ, ਜਾਂ ਤਾਂ ਮਾਇਆ ਦੇ ਵਿਘਨਾਂ ਤੋਂ ਫੇਲ ਹੋ ਜਾਂਦੇ ਨੇ
ਜਾਂ ਸਬੰਧ ਸੰਪਰਕ ਵਿੱਚ ਭਾਵੇਂ ਬ੍ਰਾਹਮਣਾਂ ਦੇ ਭਾਵੇਂ ਆਗਿਆਕਾਰੀਆਂ ਦੇ ਦੋਹਾਂ ਸੰਬੰਧਾਂ ਵਿੱਚ ਕਰਮ ਵਿੱਚ ਆਉਂਦੇ ਛੋਟੀ ਜਿਹੀ ਗੱਲ ਵਿੱਚ ਵਿਅਰਥ ਫੀਲ ਕਰ ਦਿੰਦੇ ਨੇ, ਜਿਸ ਨੂੰ ਤੁਸੀਂ ਲੋਕ ਫਲੂ ਦੀ ਬਿਮਾਰੀ ਕਹਿੰਦੇ ਹੋ। ਫਲੂ ਕੀ ਕਰਦਾ ਹੈ? ਇੱਕ ਤਾਂ ਸ਼ੇਕਿੰਗ ਹੁੰਦੀ ਹੈ, ਹਲਚਲ ਹੁੰਦੀ ਹੈ, ਉਸ ਵਿੱਚ ਸਰੀਰ ਹਿਲਦਾ ਹੈ, ਇੱਥੇ ਆਤਮਾ ਦੀ ਸਥਿਤੀ ਹਿਲ ਜਾਂਦੀ ਹੈ, ਮਨ ਹਿਲਦਾ ਹੈ, ਮੂੰਹ ਕੋੜਾ ਹੋ ਜਾਂਦਾ ਹੈ, ਇੱਥੇ ਵੀ ਮੂੰਹ ਤੋਂ ਕੜਵੇ ਬੋਲ ਬੋਲਣ ਲੱਗ ਜਾਂਦੇ ਨੇ। ਹੋਰ ਕੀ ਹੁੰਦਾ ਹੈ? ਕਦੇ ਸਰਦੀ ਕਦੇ ਗਰਮੀ ਚੜ ਜਾਂਦੀ ਹੈ, ਇੱਥੇ ਵੀ ਜਦੋਂ ਫੀਲਿੰਗ ਆਂਦੀ ਹੈ ਅੰਦਰ ਜੋਸ਼ ਆਂਦਾ ਹੈ, ਗਰਮੀ ਚੜਦੀ ਹੈ। ਇਸ ਨੇ ਕਿਉਂ ਕਿਹਾ, ਇਹ ਕਿਉਂ ਕੀਤਾ, ਇਹ ਜੋਸ਼ ਹੈ, ਅਨੁਭਵੀ ਤਾਂ ਹੋਣਾ। ਹੋਰ ਕੀ ਹੁੰਦਾ ਹੈ? ਖਾਣਾ ਪੀਣਾ ਕੁਝ ਚੰਗਾ ਨਹੀਂ ਲੱਗਦਾ, ਇੱਥੇ ਵੀ ਕੋਈ ਚੰਗੀ ਗਿਆਨ ਦੀ ਗੱਲ ਵੀ ਸੁਣਾਣਗੇ ਤਾਂ ਵੀ ਉਹਨਾਂ ਨੂੰ ਚੰਗੀ ਨਹੀਂ ਲੱਗੇਗੀ। ਆਖਿਰ ਰਿਜ਼ਲਟ ਕੀ ਹੁੰਦੀ? ਕਮਜ਼ੋਰੀ ਆ ਜਾਂਦੀ ਹੈ। ਇੱਥੇ ਵੀ ਕੁਝ ਸਮੇਂ ਤੱਕ ਕਮਜ਼ੋਰੀ ਚਲਦੀ ਹੈ, ਇਸ ਲਈ ਨਾ ਫੇਲ ਹੋਵੋ ਨਾ ਫੀਲ ਕਰੋ। ਬਾਪ ਦਾਦਾ ਸ੍ਰੇਸ਼ਟ ਮਤ ਦਿੰਦੇ ਨੇ, ਸ਼ੁੱਧ ਫੀਲਿੰਗ ਮਤਲਬ ਕੋਟਾ ਵਿੱਚ ਕੋਈ ਆਤਮਾ ਹੋ। ਮੈਂ ਦੇਵ ਆਤਮਾ, ਮਹਾਨ ਆਤਮਾ, ਬ੍ਰਾਹਮਣ ਆਤਮਾ, ਵਿਸ਼ੇਸ਼ ਪਾਂਟਧਾਰੀ ਆਤਮਾ ਹਾਂ। ਇਸ ਲਈ ਫੀਲਿੰਗ ਵਿੱਚ ਰਹਿਣ ਵਾਲਿਆਂ ਨੂੰ ਵਿਅਰਥ ਫੀਲਿੰਗ ਦਾ ਫਲੂ ਨਹੀਂ ਹੋਵੇਗਾ। ਇਸ ਸ਼ੁੱਧ ਫੀਲਿੰਗ ਵਿੱਚ ਰਹੋ। ਜਿੱਥੇ ਸ਼ੁੱਧ ਫੀਲਿੰਗ ਹੋਏਗੀ ਉੱਥੇ ਅਸ਼ੁੱਧ ਫੀਲਿੰਗ ਨਹੀਂ ਹੋ ਸਕਦੀ। ਤਾਂ ਫਲੂ ਦੀ ਬਿਮਾਰੀ ਮਤਲਬ ਮਿਹਨਤ ਤੋਂ ਬਚ ਜਾਓਗੇ। ਸਦਾ ਖੁਦ ਨੂੰ ਐਵੇਂ ਅਨੁਭਵ ਕਰੋਗੇ, ਅਸੀਂ ਵਰਦਾਨਾਂ ਵਿੱਚ ਪਲ ਰਹੇ ਹਾਂ, ਵਰਦਾਨਾਂ ਨਾਲ ਅੱਗੇ ਉੱਡਦੇ ਜਾ ਰਹੇ ਹਾਂ, ਵਰਦਾਨਾਂ ਨਾਲ ਸੇਵਾ ਵਿੱਚ ਸਫਲਤਾ ਪਾ ਰਹੇ ਹਾਂ। ਮਿਹਨਤ ਚੰਗੀ ਲੱਗਦੀ ਹੈ ਜਾਂ ਮਿਹਨਤ ਦੀ ਆਦਤ ਪੱਕੀ ਹੋ ਗਈ ਹੈ? ਮਿਹਨਤ ਚੰਗੀ ਲੱਗਦੀ ਹੈ ਜਾਂ ਮੌਜ ਵਿੱਚ ਰਹਿਣਾ ਚੰਗਾ ਲੱਗਦਾ ਹੈ? ਕਿਸੇ ਨਾ ਕਿਸੇ ਨੂੰ ਮਿਹਨਤ ਦੇ ਕੰਮ ਬਗੈਰ ਹੋਰ ਕੋਈ ਕੰਮ ਚੰਗਾ ਨਹੀਂ ਲੱਗਦਾ। ਉਹਨਾਂ ਨੂੰ ਕੁਰਸੀ ਤੇ ਆਰਾਮ ਨਾਲ ਬਿਠਾਵਾਂਗੇ ਤਾਂ ਵੀ ਕਹਿਣਗੇ ਸਾਨੂੰ ਤਾਂ ਮਿਹਨਤ ਦਾ ਕੰਮ ਦਿਓ। ਇਹ ਤਾਂ ਆਤਮਾ ਦੀ ਮਿਹਨਤ ਹੈ। ਆਤਮਾ 63 ਜਨਮ ਮਿਹਨਤ ਕਰਕੇ ਥੱਕ ਗਈ ਹੈ। 63 ਜਨਮ ਲੱਭਦੇ ਰਹੇ ਨਾ। ਕਿਸੇ ਨੂੰ ਲੱਭਣ ਵਿੱਚ ਮਿਹਨਤ ਲੱਗਦੀ ਹੈ ਤਾਂ ਥੱਕੇ ਹੋਏ ਪਹਿਲੇ ਹੀ ਹੋ। 63 ਜਨਮ ਮਿਹਨਤ ਕਰ ਚੁੱਕੇ ਹੋ, ਹੁਣ ਇੱਕ ਜਨਮ ਤਾਂ ਮੌਜ ਵਿੱਚ ਰਹੋ। 21 ਜਨਮ ਤਾਂ ਭਵਿੱਖ ਦੀ ਗੱਲ ਹੈ, ਪਰ ਇੱਕ ਜਨਮ ਵਿਸ਼ੇਸ਼ ਹੈ। ਮਿਹਨਤ ਤੇ ਮੌਜ ਦੋਹਾਂ ਦਾ ਅਨੁਭਵ ਕਰ ਸਕਦੇ ਹੋ। ਭਵਿੱਖ ਵਿੱਚ ਉੱਥੇ ਸਾਰੀਆਂ ਗੱਲਾਂ ਭੁੱਲ ਜਾਣਗੀਆਂ। ਮਜ਼ਾ ਤਾਂ ਹੁਣ ਹੀ ਹੈ। ਦੂਸਰੇ ਮਿਹਨਤ ਕਰ ਰਹੇ ਨੇ, ਤੁਸੀਂ ਮੌਜ ਵਿੱਚ ਹੋ। ਅੱਛਾ, ਟੀਚਰਸ ਨੇ ਭਗਤੀ ਕੀਤੀ ਹੈ। ਕਿੰਨੇ ਜਨਮ ਭਗਤੀ ਕੀਤੀ? ਇਸ ਜਨਮ ਤਾਂ ਨਹੀਂ ਕੀਤੀ ਨਾ। ਤੁਹਾਡੀ ਭਗਤੀ ਪਹਿਲੇ ਜਨਮ ਵਿੱਚ ਪੂਰੀ ਹੋ ਗਈ। ਕਦੋਂ ਤੋਂ ਫਿਰ ਭਗਤੀ ਸ਼ੁਰੂ ਕੀਤੀ? ਕਿਸ ਦੇ ਨਾਲ ਸ਼ੁਰੂ ਕੀਤੀ? ਬ੍ਰਹਮਾ ਬਾਪ ਦੇ ਨਾਲ ਭਗਤੀ ਕੀਤੀ ਹੈ ਨਾ। ਕਿਹੜੇ ਮੰਦਰਾਂ ਵਿੱਚ ਕੀਤੀ? ਭਗਤੀ ਦੀਆਂ ਆਦਿ ਆਤਮਾਵਾਂ ਹੋ ਤੇ ਗਿਆਨ ਦੀਆਂ ਵੀ ਆਦਿ ਆਤਮਾਵਾਂ ਹੋ। ਆਦਿ ਦੀ ਭਗਤੀ ਵਿੱਚ ਅਵਿਅਭਿਚਾਰੀ ਭਗਤੀ ਹੋਣ ਦੇ ਕਾਰਨ ਭਗਤੀ ਦਾ ਆਨੰਦ ਸੁਖ ਉਸ ਸਮੇਂ ਦੇ ਪ੍ਰਮਾਣ ਘੱਟ ਨਹੀਂ ਹੋਇਆ। ਉਹ ਸੁਖ ਆਨੰਦ ਵੀ ਆਪਣੇ ਸਥਾਨ ਤੇ ਸ੍ਰੇਸ਼ਟ ਰਿਹਾ। ਭਗਤਮਾਲਾ ਵਿੱਚ ਤੁਸੀਂ ਹੋ। ਜਦੋਂ ਭਗਤੀ ਸ਼ੁਰੂ ਕੀਤੀ ਤਾਂ ਭਗਤਮਾਲਾ ਵਿੱਚ ਹੋ। ਡਬਲ ਫੋਰਨਰ ਭਗਤਮਾਲਾ ਵਿੱਚ ਸੀ। ਭਗਤਮਾਲਾ ਬਣੇ ਜਾਂ ਭਗਤਮਾਲਾ ਵਿੱਚ ਸੀ। ਹੁਣ ਸਾਰੇ ਸੋਚ ਰਹੇ ਨੇ ਸੀ ਕਿ ਨਹੀਂ ਸੀ। ਵਿਜੇਮਾਲਾ ਵਿੱਚ ਵੀ ਸੀ, ਭਗਤਮਾਲਾ ਵਿੱਚ ਵੀ ਸੀ। ਪੁਜਾਰੀ ਤਾਂ ਬਣੇ ਪਰ ਭਗਤਮਾਲਾ ਵਿੱਚ ਸੀ। ਭਗਤਮਾਲਾ ਵੱਖਰੀ ਹੈ। ਤੁਸੀਂ ਤਾਂ ਗਿਆਨੀ ਸੋ ਭਗਤ ਬਣੇ, ਉਹ ਹੈ ਹੀ ਨੇ ਭਗਤ। ਭਗਤਮਾਲਾ ਗਿਆਨੀਆਂ ਦੀ ਮਾਲਾ ਵਿੱਚ ਫਰਕ ਹੈ। ਗਿਆਨੀਆਂ ਦੀ ਮਾਲਾ ਹੈ ਵਿਜੇਮਾਲਾ, ਜੋ ਸਿਰਫ ਭਗਤ ਨੇ। ਐਵੇਂ ਦੇ ਨੋਦਾ ਭਗਤੀ ਜੋ ਭਗਤੀ ਤੋਂ ਬਿਨਾਂ ਹੋਰ ਕੋਈ ਗੱਲ ਸੁਣਨਾ ਹੀ ਨਹੀਂ ਚਾਹੁੰਦੇ, ਭਗਤੀ ਨੂੰ ਹੀ ਸ੍ਰੇਸ਼ਟ ਸਮਝਦੇ ਨੇ। ਤਾਂ ਭਗਤਮਾਲਾ ਵੱਖਰੀ ਹੈ, ਗਿਆਨਮਾਲਾ ਵੱਖਰੀ ਹੈ। ਭਗਤੀ ਜ਼ਰੂਰ ਕੀਤੀ ਪਰ ਭਗਤਮਾਲਾ ਵਿੱਚ ਨਹੀਂ ਕਹਾਂਗੇ, ਕਿਉਂਕਿ ਭਗਤੀ ਦਾ ਪਾਠ ਵਜਾਉਣ ਤੋਂ ਬਾਅਦ ਸਭ ਨੂੰ ਗਿਆਨ ਵਿੱਚ ਆਉਣਾ ਹੀ ਹੈ। ਉਹ ਨੋਦਾ ਭਗਤ ਨੇ, ਤੁਸੀਂ ਨੋਦਾ ਗਿਆਨੀ ਹੋ। ਆਤਮਾ ਵਿੱਚ ਸੰਸਕਾਰਾਂ ਦਾ ਅੰਤਰ ਹੈ। ਭਗਤ ਮਾਨਾ ਸਦਾ ਮੰਗਣ ਦੇ ਸੰਸਕਾਰ ਹੋਣਗੇ। ਮੈਂ ਨੀਚ ਹਾਂ, ਬਾਪ ਉੱਚਾ ਹੈ, ਇਹ ਸੰਸਕਾਰ ਹੋਣਗੇ। ਉਹ ਰਾਇਲ ਭਿਖਾਰੀ ਨੇ। ਤੁਸੀਂ ਆਤਮਾਵਾਂ ਵਿੱਚ ਅਧਿਕਾਰੀਪਨ ਦੇ ਸੰਸਕਾਰ ਨੇ। ਇਸ ਲਈ ਪਰਿਚੈ ਮਿਲਦੇ ਹੀ ਅਧਿਕਾਰੀ ਬਣ ਗਏ। ਸਮਝਾ? ਭਗਤਾਂ ਨੂੰ ਵੀ ਕੋਈ ਜਗ੍ਹਾ ਦਿਓ ਨਾ। ਦੋਵਾਂ ਵਿੱਚ ਤੁਸੀਂ ਕੀ ਕਰੋਗੇ? ਭਗਤਮਾਲਾ ਵਿੱਚ ਵੀ ਵਿਜੇਮਾਲਾ ਵਿੱਚ ਵੀ। ਉਹਨਾਂ ਦਾ ਵੀ ਤਾਂ ਅੱਧਾ ਕਲਪ ਹੈ, ਤੁਹਾਡਾ ਵੀ ਅੱਧਾ ਕਲਪ ਹੈ। ਉਹਨਾਂ ਨੂੰ ਗਾਇਨ ਮਾਲਾ ਵਿੱਚ ਆਣਾ ਹੈ। ਫਿਰ ਵੀ ਦੁਨੀਆ ਨਾਲੋਂ ਤਾਂ ਚੰਗੇ ਹੀ ਨੇ, ਹੋਰ ਪਾਸੇ ਤਾਂ ਬੁੱਧੀ ਨਹੀਂ, ਬਾਪ ਦੇ ਵੱਲ ਹੀ ਹੈ। ਸ਼ੁੱਧ ਤਾਂ ਰਹਿੰਦੇ ਨੇ ਨਾ।
ਪਵਿੱਤਰਤਾ ਦਾ ਫਲ ਮਿਲਦਾ ਹੈ ਗਾਇਨ ਯੋਗ ਹੋਣ ਦਾ। ਤੁਹਾਡੀ ਪੂਜਾ ਹੋਏਗੀ, ਉਹਨਾਂ ਦੀ ਪੂਜਾ ਨਹੀਂ ਹੁੰਦੀ। ਸਿਰਫ ਸਟੈਚੂ ਬਣਾ ਕੇ ਰੱਖਦੇ ਨੇ ਗਾਇਨ ਦੇ ਲਈ। ਮੀਰਾ ਦਾ ਕਦੇ ਮੰਦਿਰ ਨਹੀਂ ਹੋਏਗਾ। ਦੇਵਤਾਵਾਂ ਮਿਸਲ ਮੀਰਾ ਦੀ ਪੂਜਾ ਨਹੀਂ ਹੁੰਦੀ, ਸਿਰਫ ਗਾਇਨ ਹੈ। ਹੁਣ ਲਾਸਟ ਜਨਮ ਵਿੱਚ ਭਾਵੇਂ ਕਿਸੇ ਨੂੰ ਪੂਜ ਵੀ ਲੈਣ, ਧਰਨੀ ਨੂੰ ਪੂਜਣ, ਰੁੱਖ ਨੂੰ ਪੂਜਣ, ਪਰ ਨਿਯਮ ਪ੍ਰਮਾਣ ਉਹਨਾਂ ਦਾ ਸਿਰਫ ਗਾਇਨ ਹੁੰਦਾ ਹੈ, ਪੂਜਾ ਨਹੀਂ। ਤੁਸੀਂ ਪੂਜੇ ਬੰਦੇ ਹੋ ਤਾਂ ਤੁਸੀਂ ਪੂਜਨੀਏ ਆਤਮਾਵਾਂ ਹੋ, ਇਹ ਸਦਾ ਸਮ੍ਰਿਤੀ ਵਿੱਚ ਰੱਖੋ। ਪੂਜਨੀਏ ਆਤਮਾਵਾਂ ਨੂੰ ਕਦੇ ਵੀ ਅਪਵਿੱਤਰ ਸੰਕਲਪ ਟੱਚ ਨਹੀਂ ਕਰ ਸਕਦਾ। ਐਵੇਂ ਦੇ ਪੂਜੇ ਬਣੇ ਹੋ। ਅੱਛਾ, ਚਾਰੋਂ ਪਾਸੋਂ ਦੇ ਵਰਸੇ ਦੇ ਅਧਿਕਾਰੀ ਆਤਮਾਵਾਂ ਨੂੰ ਸਦਾ ਪੜ੍ਹਾਈ ਵਿੱਚ ਪਾਸਵੀਂ ਡੋਨਰ ਹੋਣ ਵਾਲੇ, ਸਦਾ ਵਰਦਾਨਾਂ ਦੁਆਰਾ ਵਰਦਾਨੀ ਬਣ ਹੋਰਾਂ ਨੂੰ ਵਰਦਾਨੀ ਬਣਾਉਣ ਵਾਲੇ ਅਜਿਹੇ ਬਾਪ ਸਿੱਖਿਅਕ ਸਤਿਗੁਰੂ ਦੇ ਪਿਆਰੇ, ਸਦਾ ਰੂਹਾਨੀ ਮੋਜ ਵਿੱਚ ਰਹਿਣ ਵਾਲੀਆਂ ਸ੍ਰੇਸ਼ਟ ਆਤਮਾਵਾਂ ਨੂੰ ਬਾਪ ਦਾਦਾ ਦਾ ਯਾਦ ਪਿਆਰ ਤੇ ਨਮਸਤੇ। ਰੂਹਾਨੀ ਬੱਚਿਆਂ ਦੀ ਰੂਹਾਨੀ ਬਾਪ ਦਾਦਾ ਨੂੰ ਨਮਸਤੇ, ਨਮਸਤੇ, ਨਮਸਤੇ ਜੀ। ਹੁਣ ਹੈ ਪੰਜਾਬ ਤੇ ਰਾਜਸਥਾਨ ਗਰੁੱਪ ਨਾਲ ਅਵਿਅਕਤ ਬਾਪ ਦਾਦਾ ਦੀ ਮੁਲਾਕਾਤ। ਸਦਾ ਆਪਣੇ ਆਪ ਨੂੰ ਹੋਲੀ ਹੰਸ ਅਨੁਭਵ ਕਰਦੇ ਹੋ। ਹੋਲੀ ਹੰਸ ਮਤਲਬ ਸਮਰਥ ਤੇ ਵਿਅਰਥ ਨੂੰ ਪਰਖਣ ਵਾਲੇ। ਉਹ ਜੋ ਹੰਸ ਹੁੰਦੇ ਨੇ ਉਹ ਕੰਕੜ ਤੇ ਰਤਨ ਨੂੰ ਵੱਖ ਕਰਦੇ ਨੇ, ਮੋਤੀ ਤੇ ਪੱਥਰ ਨੂੰ ਵੱਖ ਕਰਦੇ ਨੇ। ਪਰ ਤੁਸੀਂ ਹੋਲੀ ਹੰਸ ਕਿਸ ਨੂੰ ਪਰਖਣ ਵਾਲੇ ਹੋ? ਸਮਰਥ ਕੀ, ਵਿਅਰਥ ਕੀ, ਅਸ਼ੁੱਧ ਕੀ, ਸ਼ੁੱਧ ਕੀ। ਜਿਵੇਂ ਹੰਸ ਕਦੇ ਕੰਕੜ ਚੁਣ ਨਹੀਂ ਸਕਦਾ, ਵੱਖ ਕਰਕੇ ਰੱਖ ਦੇਵੇਗਾ, ਛੱਡ ਦੇਵੇਗਾ, ਗ੍ਰਹਿਣ ਨਹੀਂ ਕਰੇਗਾ, ਐਵੇਂ ਤੁਸੀਂ ਹੋਲੀ ਹੰਸ ਵਿਅਰਥ ਨੂੰ ਛੱਡ ਦਿੰਦੇ ਹੋ, ਸਮਰਥ ਸੰਕਲਪਾਂ ਨੂੰ ਧਾਰਨ ਕਰਦੇ ਹੋ। ਜੇਕਰ ਵਿਅਰਥ ਆ ਵੀ ਜਾਵੇ ਤਾਂ ਧਾਰਨ ਨਹੀਂ ਕਰੋਗੇ। ਵਿਅਰਥ ਨੂੰ ਜੇਕਰ ਧਾਰਨ ਕੀਤਾ ਤਾਂ ਹੋਲੀ ਹੰਸ ਨਹੀਂ ਕਹਾਂਗੇ, ਉਹ ਤਾਂ ਬਗੁਲਾ ਧਾਰਨ ਕਰਦਾ ਹੈ। ਵਿਅਰਥ ਤਾਂ ਬਹੁਤ ਸੁਣਿਆ, ਬੋਲਿਆ, ਕੀਤਾ, ਪਰ ਉਸ ਦਾ ਪਰਿਣਾਮ ਕੀ ਹੋਇਆ? ਗਵਾਇਆ, ਸਭ ਕੁਝ ਗਵਾ ਦਿੱਤਾ ਨਾ। ਤਨ ਵੀ ਗਵਾ ਦਿੱਤਾ। ਦੇਵਤਾਵਾਂ ਦੇ ਤਨ ਵੇਖੋ, ਹੁਣ ਦੇ ਤਨ ਵੇਖੋ ਕੀ ਨੇ, ਕਿੰਨਾ ਅੰਤਰ ਹੈ। ਜਵਾਨ ਤੋਂ ਬੁੱਢੇ ਵੀ ਚੰਗੇ ਨੇ ਤਾਂ ਤਨ ਵੀ ਗਵਾਇਆ, ਮਨ ਦੀ ਸੁਖ ਸ਼ਾਂਤੀ ਵੀ ਗਵਾਈ। ਤੁਹਾਡੇ ਕੋਲ ਕਿੰਨਾ ਧਨ ਸੀ, ਆਥਾ ਧਨ ਕਿੱਥੇ ਗਿਆ? ਵਿਅਰਥ ਵਿੱਚ ਗਵਾ ਦਿੱਤਾ ਨਾ। ਹੁਣ ਜਮਾ ਕਰ ਰਹੇ ਹੋ ਜਾਂ ਗਵਾ ਰਹੇ ਹੋ? ਹੋਲੀ ਹੰਸ ਗਵਾਉਣ ਵਾਲੇ ਨਹੀਂ, ਜਮਾ ਕਰਨ ਵਾਲੇ। ਹੁਣ 21 ਜਨਮ ਤਨ ਵੀ ਚੰਗਾ ਮਿਲੇਗਾ, ਮਨ ਵੀ ਸਦਾ ਖੁਸ਼ ਰਹਿਣ ਵਾਲਾ ਹੋਵੇਗਾ। ਧਨ ਤਾਂ ਐਵੇਂ ਹੋਵੇਗਾ ਜਿਵੇਂ ਹੁਣ ਮਿੱਟੀ ਹੈ। ਹੁਣ ਜਿਵੇਂ ਮਿੱਟੀ ਦਾ ਵੀ ਮੁੱਲ ਹੋ ਗਿਆ ਹੈ, ਪਰ ਉੱਥੇ ਰਤਨਾਂ ਨਾਲ ਖੇਡੋਗੇ, ਰਤਨਾਂ ਨਾਲ ਮਕਾਨਾਂ ਦੀ ਸਜਾਵਟ ਹੋਏਗੀ। ਤਾਂ ਕਿੰਨਾ ਜਮਾ ਕਰ ਰਹੇ ਹੋ? ਜਿਸ ਦੇ ਕੋਲ ਜਮਾ ਹੁੰਦਾ ਹੈ ਉਸ ਨੂੰ ਖੁਸ਼ੀ ਹੁੰਦੀ ਹੈ। ਜੇਕਰ ਜਮਾ ਨਹੀਂ ਹੁੰਦਾ, ਦਿਲ ਛੋਟੀ ਹੁੰਦੀ ਹੈ। ਜਮਾ ਹੁੰਦਾ ਹੈ ਤਾਂ ਦਿਲ ਵੱਡੀ ਹੁੰਦੀ ਹੈ। ਹੁਣ ਕਿੱਡੀ ਵੱਡੀ ਦਿਲ ਹੋ ਗਈ। ਹਰ ਕਦਮ ਵਿੱਚ ਜਮਾ ਦਾ ਖਾਤਾ ਵੱਧਦਾ ਜਾਂਦਾ ਹੈ। ਜਾਂ ਕਦੇ-ਕਦੇ ਜਮਾ ਕਰਦੇ ਹੋ। ਆਪਣਾ ਚਾਰਟ ਚੰਗੀ ਤਰ੍ਹਾਂ ਵੇਖਿਆ? ਅਜਿਹੇ ਸਮੇਂ ਤੇ ਕਦੇ-ਕਦੇ ਵਿਅਰਥ ਤਾਂ ਨਹੀਂ ਚਲਾ ਜਾਂਦਾ। ਹੁਣ ਤਾਂ ਸਮੇਂ ਦੀ ਵੈਲਿਊ ਦਾ ਪਤਾ ਲੱਗ ਗਿਆ ਨਾ। ਸੰਗਮ ਦਾ 1 ਸੈਕਿੰਡ ਕਿੰਨਾ ਵੱਡਾ ਹੈ। ਕਹਿਣ ਵਿੱਚ ਆਏਗਾ 1-2 ਸੈਕਿੰਡ, ਪਰ 1 ਸੈਕਿੰਡ ਵੀ ਕਿੰਨਾ ਵੱਡਾ ਹੈ। ਇਹ ਯਾਦ ਰਹੇ ਤਾਂ 1 ਸੈਕਿੰਡ ਵੀ ਨਹੀਂ ਗਵਾਓਗੇ। ਸੈਕਿੰਡ ਗਵਾਣਾ ਮਾਨਾ 1 ਵਰਾ ਗਵਾਣਾ। ਸੰਗਮ ਦੇ 1 ਸੈਕਿੰਡ ਦਾ ਇੰਨਾ ਮਹੱਤਵ ਹੈ। ਤਾਂ ਜਮਾ ਕਰਨ ਵਾਲੇ ਹੋ, ਗਵਾਉਣ ਵਾਲੇ ਨਹੀਂ। ਕਿਉਂਕਿ ਜਾਂ ਤਾਂ ਹੋਵੇਗਾ ਗਵਾਣਾ ਜਾਂ ਹੋਵੇਗਾ ਕਮਾਣਾ। ਸਾਰੇ ਕਲਪ ਵਿੱਚ ਕਮਾਈ ਕਰਨ ਦਾ ਹੁਣ ਸਮੇਂ ਹੈ। ਤਾਂ ਹੋਲੀ ਹੰਸ ਮਤਲਬ ਸੁਪਨੇ ਵਿੱਚ, ਸੰਕਲਪ ਵਿੱਚ ਕਦੇ ਵਿਅਰਥ ਗਵਾਓਗੇ ਨਹੀਂ। ਹੋਲੀ ਮਤਲਬ ਸਦਾ ਪਵਿੱਤਰਤਾ ਦੀ ਸ਼ਕਤੀ ਨਾਲ ਅਪਵਿੱਤਰਤਾ ਨੂੰ ਸੈਕਿੰਡ ਵਿੱਚ ਭਜਾਉਣ ਵਾਲੇ, ਨਾ ਕੇਵਲ ਆਪਣੇ ਲਈ ਬਲਕਿ ਹੋਰਾਂ ਦੇ ਲਈ ਵੀ, ਕਿਉਂਕਿ ਸਾਰੇ ਵਿਸ਼ਵ ਨੂੰ ਪਰਿਵਰਤਨ ਕਰਨਾ ਹੈ ਨਾ। ਪਵਿੱਤਰਤਾ ਦੀ ਸ਼ਕਤੀ ਕਿੰਨੀ ਮਹਾਨ ਹੈ, ਇਹ ਤਾਂ ਜਾਣਦੇ ਹੋ ਨਾ। ਪਵਿੱਤਰਤਾ ਅਜਿਹੀ ਅਗਨੀ ਹੈ ਜੋ ਸੈਕਿੰਡ ਵਿੱਚ ਵਿਸ਼ਵ ਦੇ ਕਿਚੜੇ ਨੂੰ ਭਸਮ ਕਰ ਸਕਦੀ ਹੈ। ਸੰਪੂਰਨ ਪਵਿੱਤਰਤਾ ਅਜਿਹੀ ਸ੍ਰੇਸ਼ਟ ਸ਼ਕਤੀ ਹੈ। ਅੰਤ ਵਿੱਚ ਜਦੋਂ ਸਭ ਸੰਪੂਰਨ ਹੋ ਜਾਣਗੇ, ਉਦੋਂ ਤੁਹਾਡੇ ਸੰਕਲਪ, ਸ੍ਰੇਸ਼ਟ ਸੰਕਲਪਾਂ ਦੀ ਲਗਨ ਦੀ ਅਗਨ ਨਾਲ ਇਹ ਸਭ ਕਿਚੜਾ ਭਸਮ ਹੋ ਜਾਏਗਾ। ਯੋਗ ਜਵਾਲਾ ਹੈ। ਅੰਤ ਵਿੱਚ ਐਵੇਂ ਹੌਲੀ-ਹੌਲੀ ਸੇਵਾ ਨਹੀਂ ਹੋਏਗੀ। ਸੋਚਿਆ ਤੇ ਹੋਇਆ। ਇਸ ਨੂੰ ਕਹਿੰਦੇ ਨੇ ਵਿਹੰਗ ਮਾਰਗ ਦੀ ਸੇਵਾ। ਹੁਣ ਆਪਣੇ ਵਿੱਚ ਬਲ ਭਰ ਰਹੇ ਹੋ, ਫਿਰ ਕੰਮ ਲਗਾਓਗੇ। ਜਿਵੇਂ ਦੇਵੀਆਂ ਦੇ ਯਾਦਗਾਰ ਵਿੱਚ ਵਿਖਾਉਂਦੇ ਨੇ, ਜਵਾਲਾ ਨਾਲ ਅਸੁਰਾਂ ਨੂੰ ਭਸਮ ਕਰ ਦਿੱਤਾ। ਅਸੁਰ ਨਹੀਂ ਪਰ ਆਸੁਰੀ
ਸ਼ਕਤੀਆਂ ਨੂੰ ਖਤਮ ਕਰ ਦਿੱਤਾ। ਇਹ ਕਿਸ ਸਮੇਂ ਦਾ ਯਾਦਗਾਰ ਹੈ? ਹੁੰਦੀ ਹੈ ਨਾ। ਅਜਿਹੇ ਜਵਾਲਾਮੁਖੀ ਬਣੋ। ਤੁਸੀਂ ਨਹੀਂ ਬਣੋਗੇ ਤਾਂ ਕੌਣ ਬਣੇਗਾ? ਹੁਣ ਜਵਾਲਾਮੁਖੀ ਬਣ, ਆਸੁਰੀ ਸੰਸਕਾਰ, ਆਸੁਰੀ ਸੁਭਾਅ ਸਭ ਕੁਝ ਭਸਮ ਕਰੋ। ਆਪਣੇ ਤਾਂ ਕਰ ਲਿੱਤੇ ਨਾ, ਕਿ ਆਪਣੇ ਕਰ ਰਹੇ ਹੋ? ਅੱਛਾ, ਪੰਜਾਬ ਵਾਲੇ ਨਿਰਭੈ ਬਣ ਗਏ ਹੋ ਨਾ, ਡਰਨ ਵਾਲੇ ਤਾਂ ਨਹੀਂ ਹੋ ਨਾ। ਜਵਾਲਾਮੁਖੀ ਹੋ, ਡਰਨਾ ਕਿਉਂ? ਮਰੇ ਤਾਂ ਪਏ ਹੀ ਹੋ, ਫਿਰ ਡਰਨਾ ਕਿਸ ਤੋਂ? ਰਾਜਸਥਾਨ ਦਾ ਰਾਜ ਅਧਿਕਾਰ ਕਦੇ ਭੁੱਲਣਾ ਨਹੀਂ ਚਾਹੀਦਾ। ਰਾਜ ਭੁੱਲ ਕੇ ਰਾਜਸਥਾਨ ਦੀ ਰੇਤੀ ਤਾਂ ਯਾਦ ਨਹੀਂ ਆਉਂਦੀ। ਉੱਥੇ ਰੇਤ ਬਹੁਤ ਹੁੰਦੀ ਹੈ ਨਾ। ਸਦਾ ਨਵੇਂ ਰਾਜ ਦੀ ਸਮ੍ਰਿਤੀ ਰਹੇ। ਸਾਰੇ ਨਿਰਭੈ ਜਵਾਲਾਮੁਖੀ ਬਣ। ਪ੍ਰਕਿਰਤੀ ਤੇ ਆਤਮਾਵਾਂ ਦੇ ਅੰਦਰ ਜੋ ਤਮੋ ਗੁਣ ਨੇ ਉਸ ਨੂੰ ਭਸਮ ਕਰਨ ਵਾਲੇ ਬਣੋ। ਇਹ ਬਹੁਤ ਵੱਡਾ ਕੰਮ ਹੈ। ਸਪੀਡ ਨਾਲ ਕਰੋਗੇ ਤਾਂ ਪੂਰਾ ਹੋਵੇਗਾ। ਹਾਲੇ ਤਾਂ ਵਿਅਕਤੀਆਂ ਨੂੰ ਸੰਦੇਸ਼ ਹੀ ਨਹੀਂ ਪਹੁੰਚਿਆ। ਪ੍ਰਕਿਰਤੀ ਦੀ ਗੱਲ ਤਾਂ ਬਾਅਦ ਵਿੱਚ ਹੈ। ਸਪੀਡ ਤੇਜ਼ ਕਰੋ। ਗਲੀ ਗਲੀ ਸੈਂਟਰ ਹੋਣ, ਕਿਉਂਕਿ ਸਰਕਮਸਟਾਂਸ ਪ੍ਰਵਾਨ। ਇੱਕ ਗਲੀ ਤੋਂ ਦੂਜੀ ਗਲੀ ਵਿੱਚ ਨਹੀਂ ਜਾ ਸਕੋਗੇ। ਇੱਕ ਦੋ ਨੂੰ ਵੇਖ ਨਹੀਂ ਸਕੋਗੇ ਤਾਂ ਘਰ ਘਰ ਗਲੀ ਗਲੀ ਵਿੱਚ ਹੋ ਜਾਏਗਾ ਨਾ। ਅੱਛਾ, ਵਰਦਾਨ ਹੈ ਚਿਹਰੇ ਤੇ ਚੱਲਣ ਦੁਆਰਾ ਪੁਰਸ਼ੋਤਮ ਸਥਿਤੀ ਦਾ ਸਾਖਸ਼ਾਤਕਾਰ ਕਰਨ ਵਾਲੇ ਬ੍ਰਹਮਾ ਬਾਪ ਸਮਾਨ ਭਵ। ਚਿਹਰੇ ਤੇ ਚੱਲਣ ਦੁਆਰਾ ਪੁਰਸ਼ੋਤਮ ਸਥਿਤੀ ਦਾ ਸਾਖਸ਼ਾਤਕਾਰ ਕਰਨ ਵਾਲੇ ਬ੍ਰਹਮਾ ਬਾਪ ਸਮਾਨ ਭਵ। ਜਿਵੇਂ ਬ੍ਰਹਮਾ ਬਾਪ ਸਾਧਾਰਨ ਤਨ ਵਿੱਚ ਹੁੰਦੇ ਵੀ ਸਦਾ ਪੁਰਸ਼ੋਤਮ ਅਨੁਭਵ ਹੁੰਦੇ ਸੀ। ਸਾਧਾਰਨ ਵਿੱਚ ਪੁਰਸ਼ੋਤਮ ਦੀ ਝਲਕ ਵੇਖੀ। ਐਵੇਂ ਫਾਲੋ ਫਾਦਰ ਕਰੋ। ਕਰਮ ਭਾਵੇਂ ਸਧਾਰਨ ਹੋਣ ਪਰ ਸਥਿਤੀ ਮਹਾਨ ਹੋਵੇ। ਚਿਹਰੇ ਤੇ ਸ੍ਰੇਸ਼ਟ ਜੀਵਨ ਦਾ ਪ੍ਰਭਾਵ ਹੋਵੇ। ਜਿਵੇਂ ਲੌਕਿਕ ਰੀਤੀ ਵਿੱਚ ਕਈ ਬੱਚਿਆਂ ਦੀ ਚਲਨ ਚਿਹਰਾ ਬਾਪ ਸਮਾਨ ਹੁੰਦਾ ਹੈ, ਇੱਥੇ ਚਿਹਰੇ ਦੀ ਗੱਲ ਨਹੀਂ ਪਰ ਚਲਨ ਹੀ ਚਿੱਤਰ ਹੈ। ਹਰ ਚਲਨ ਵਿੱਚ ਬਾਪ ਦਾ ਅਨੁਭਵ ਹੋਵੇ। ਬ੍ਰਹਮਾ ਬਾਪ ਸਮਾਨ ਪੁਰਸ਼ੋਤਮ ਸਥਿਤੀ ਹੋਵੇ, ਉਦੋਂ ਕਹਾਂਗੇ ਬਾਪ ਸਮਾਨ। ਸਲੋਗਨ ਹੈ ਜੋ ਇਕਰਸ ਸਥਿਤੀ ਦੇ ਸ੍ਰੇਸ਼ਟ ਆਸਨ ਤੇ ਸਥਿਤ ਰਹਿੰਦਾ ਹੈ ਉਹੀ ਸੱਚਾ ਤਪਸਵੀ ਹੈ। ਜੋ ਇਕਰਸ ਸਥਿਤੀ ਦੇ ਸ੍ਰੇਸ਼ਟ ਆਸਨ ਤੇ ਸਥਿਤ ਰਹਿੰਦਾ ਹੈ ਉਹੀ ਸੱਚਾ ਤਪਸਵੀ ਹੈ। ਲਵਲੀਨ ਸਥਿਤੀ ਦਾ ਅਨੁਭਵ ਕਰਨ ਦੇ ਲਈ ਇਹ ਪਰਮਾਤਮ ਪਿਆਰ ਆਨੰਦਮੈ ਝੂਲਾ ਹੈ। ਇਸ ਸੁਖਦਾਈ ਝੂਲੇ ਵਿੱਚ ਸਦਾ ਝੂਲਦੇ ਰਹੋ। ਪਰਮਾਤਮ ਪਿਆਰ ਵਿੱਚ ਲਵਲੀਨ ਰਹੋ। ਕਦੇ ਕੋਈ ਪਰਿਸਥਿਤੀ ਮਾਇਆ ਦੀ ਹਲਚਲ ਆ ਨਹੀਂ ਸਕਦੀ। ਅੱਛਾ, ਓਮ ਸ਼ਾਂਤੀ।